ਧੰਨ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇਹ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ। ਤੁਮ ਦਾਨ ਦੇਹੋ ਮਿਹਰਵਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ। ਤੁਮ ਦਾਨ ਦੇਹੋ ਮਿਹਰਵਾਨਾ ਤੁਧੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ ਸੁਨਿਆਰ ਹਮਾਰੇ ਸੱਜਣ। ਇਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ। ਹਉ ਫਿਰੋਂ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ। ਇਕ ਪੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੈ ਰੰਗ ਰੰਗਾਰੇ। ਇਕ ਤਿਲ ਭੀ ਨਾਹਾ ਤਰੀਜੈ ਪ੍ਰਭ ਸਿਉ ਮਨ ਲੀਨਾ। ਜਿਉ ਜਲ ਮੀਨਾ ਚਾਤ੍ਰਿਕ ਜਿਮੈ ਤਿਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ।
सगली तिखा बुझंतिया प्रभ स्यो मन लीना ज्यों जल मीना चात्रिक जिमै तिसंतिया जन नानक गुर पूरा पाया सगली तिखा बुझंतिया सतनाम वाहिगुरु साहिब जीओ। महला तीजा मन मानक जिन परखिया गुर शब्दी विचार से जन विरले जानिए कल युग विच संसार मन मानक जिन परखिया गुर शब्दी विचार से जन बिरले जानिए कल युग विच संसार आपै नो आप मिल रहया हौमै दुबधा माहार नानक नाम रते दोतर तरे भौजल बिखम संसार पौड़ी मन मुख अंदर ना भालनी मुठे अहमते चारे कूंडा भव थके अंदर बिख तते सिमृत शास्त ना शोधनी मन मुख विगुते बिन गुर किनै ना पायो हर नाम हर सते तत ज्ञान विचारिया हर जप हर गते बिन गुर किनै ना पायो हर नाम हर सते तत ज्ञान विचारिया हर जप हर गते वाहिगुरु जी का खालसा वाहिगुरु जी की फतेह। परम सन्मानयोग जुगो हो जुग अटल
ਰਹਿਮਤਾਂ ਦੇ ਸਾਗਰ ਸਦੀਵੀ ਕਾਲ ਵਾਸਤੇ ਰਹਿਣ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਹੈ। ਤਾਂ ਜੋ ਸਾਨੂੰ ਸਭਨਾਂ ਨੂੰ ਰਲ ਮਿਲ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਗੁਰੂ ਕੇ ਕਲਿਆਣਕਾਰੀ ਮੁਕਤੀਦਾਇਕ ਅੰਮ੍ਰਿਤ ਬਚਨ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਸ਼ਰਵਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਿੱਥੇ ਆਪ ਗੁਰੂ ਕਿਆਂ ਦੇ ਪਾਸੋਂ ਆਸਾ ਜੀ ਦੀ ਵਾਰ ਦੇ ਹਰ ਜਸ ਕੀਰਤਨ ਸ਼ਰਵਨ ਕਰ ਰਹੇ ਸੀ, ਉੱਥੇ ਹੀ ਇਸ ਪਾਵਨ ਪਵਿੱਤਰ ਗੁਰੂ ਅਸਥਾਨ ਤੇ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਵਿਚਾਰ ਔਰ ਵਿਚਾਰਾਧੀਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਮਾਰੂ ਕੀ ਵਾਰ ਦੀ 19ਵੀਂ ਪੌੜੀ ਔਰ ਇਸ ਪੌੜੀ ਦੇ ਨਾਲ ਲੱਗਦੇ ਸ਼ਲੋਕ ਨੂੰ ਪਾਠ ਰੂਪ ਰਾਹੀਂ ਸ਼ਰਵਣ ਕੀਤਾ ਹੈ। ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਅੱਜ ਦੇ ਇਹਨਾਂ ਵਿਚਾਰ ਅਧੀਨ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਉਸ ਦਾ ਸੰਖੇਪ ਭਾਵ ਵਿਚਾਰ ਪ੍ਰਰੰਭਣ ਤੋਂ ਪਹਿਲਾਂ ਸਾਡੇ ਸਭਨਾਂ ਲਈ ਜਾਣ ਲੈਣਾ ਅਤੀ ਜ਼ਰੂਰੀ ਹੋਏਗਾ, ਤਾਂ ਜੋ ਸਾਨੂੰ ਸਮਝ ਪੈ ਸਕੇ ਅੱਜ ਦੇ ਵਿਚਾਰ ਅਧੀਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਕਮਾਉਣ ਦੀ ਪ੍ਰੇਰਨਾ ਕਰ ਰਹੇ ਨੇ। ਵਿਚਾਰ ਅਧੀਨ ਸ਼ਲੋਕ ਦੇ ਰਾਹੀਂ ਸਭ ਬਖਸ਼ਿਸ਼ ਕਰ ਰਹੇ ਨੇ ਕਿ ਉਹ ਵਿਰਲੇ ਨੇ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਗੁਰੂ ਸ਼ਬਦ ਦੇ ਰਾਹੀਂ ਆਪਣੇ ਮਨ ਰੂਪੀ ਗਹਿਣੇ ਨੂੰ, ਮਨ ਮੋਤੀ ਨੂੰ ਜਿਹਨੇ ਪਰਖਿਆ ਹੈ, ਉਹ ਵਿਰਲੇ ਨੇ। ਬਹੁਤਿਆਂ ਨੇ ਨਾ ਪਰਖਣ ਕਰਕੇ, ਗੁਰੂ ਸ਼ਬਦ ਦੀ ਟੇਕ ਨਾ ਲੈਣ ਕਰਕੇ ਉਹ ਆਪਣੇ ਮਨ ਪਿੱਛੇ ਦੌੜੇ। ਹਜ਼ੂਰ ਨੇ ਬਖਸ਼ਿਸ਼ ਕੀਤੀ, ਉਹਨਾਂ ਨੂੰ ਕੁਝ ਪ੍ਰਾਪਤੀ ਨਹੀਂ ਹੋਈ। ਜਿਨ੍ਹਾਂ ਨੇ ਗੁਰੂ ਸ਼ਬਦ ਰਾਹੀਂ ਆਪਣੇ ਮਨ ਨੂੰ ਪਰਖਿਆ,
ਉਹ ਇਸ ਸੰਸਾਰ ਵਿੱਚ ਵਿਰਲੇ ਨੇ, ਥੋੜ੍ਹੇ ਨੇ। ਗੁਰੂ ਸ਼ਬਦ ਰਾਹੀਂ ਉਹਨਾਂ ਆਪਣੇ ਅੰਦਰੋਂ ਹਉਮੈ ਨੂੰ, ਦੁਬਿਧਾ ਨੂੰ ਮਾਰਿਆ। ਹੇ ਨਾਨਕ, ਉਹ ਦਿਨ ਰਾਤ ਨਾਮ ਵਿੱਚ ਰਤੇ ਨੇ, ਔਰਾ ਨਾ ਤਰਿਆ ਜਾਣ ਵਾਲਾ ਦੁਤਰ ਸਾਗਰ ਸੰਸਾਰ, ਉਹ ਗੁਰੂ ਦੀ ਸਿੱਖਿਆ ਦੇ ਰਾਹੀਂ ਇਹਨੂੰ ਸੁਹੇਲਾ ਸੌਖਾ ਹੀ ਪਾਰ ਕਰ ਗਏ। ਹਜ਼ੂਰ ਨੇ ਨਾਲ ਵਿਚਾਰ ਅਧੀਨ ਪੌੜੀ ਰਾਹੀਂ ਬਖਸ਼ਿਸ਼ ਕੀਤੀ ਹੈ। ਮਨਮੁਖ ਆਪਣੇ ਅੰਦਰ ਨਹੀਂ ਭਾਲਦੇ ਉਸ ਪਰਮਾਤਮਾ ਪ੍ਰਭੂ ਨੂੰ, ਹੰਕਾਰ ਹਉਮੈ ਵਸ ਹੋਏ ਜੀਵਨ ਖੁਆਰ ਹੋ ਰਿਹਾ ਹੈ। ਫਿਰ ਨਾਲ ਬਖਸ਼ਿਸ਼ ਕੀਤੀ ਉਹਨੇ, ਚਾਰੇ ਕੁੰਡਾਂ ਵਿੱਚ ਮਨਮੁਖ ਭਟਕਦਾ ਫਿਰਦਾ ਹੈ। ਅੰਦਰ ਤ੍ਰਿਸ਼ਨਾ ਦੀ, ਕਾਮ ਕ੍ਰੋਧ ਲੋਭ ਦੀ ਅੱਗ ਹੈ। ਮਨਮੁਖ ਬੰਦੇ ਨੇ ਧਰਮ ਗ੍ਰੰਥਾਂ ਦੀ ਸਿੱਖਿਆ ਨੂੰ ਨਹੀਂ ਮੰਨਿਆ। ਧਰਮ ਗ੍ਰੰਥ ਕੀ ਕਹਿ ਰਹੇ ਨੇ, ਉਧਰ ਧਿਆਨ ਹੀ ਨਹੀਂ ਮਨਮੁਖ ਦਾ ਗਿਆ। ਹਜ਼ੂਰ ਕਹਿੰਦੇ ਸਾਰੀ ਜ਼ਿੰਦਗੀ ਆਪਣੇ ਮਨ ਦੇ ਕਹਿ ਲੱਗਣ ਵਾਲਾ ਦੁਖੀ ਹੋ ਰਿਹਾ ਹੈ, ਤੇ ਅਖੀਰ ਵਿੱਚ ਬਖਸ਼ਿਸ਼ ਕੀਤੀ ਉਹਨੇ, ਬੇਨ ਗੁਰ ਕਿਨੈ ਨਾ ਪਾਇਓ, ਹਰ ਨਾਮ ਹਰ ਸਤੇ। ਗੁਰੂ ਤੋਂ ਬਿਨਾ ਕਿਸੇ ਨੂੰ ਪਰਿਪੂਰਨ ਪਰਮਾਤਮਾ ਪ੍ਰਭੂ ਦਾ ਨਾਮ ਨਹੀਂ ਮਿਲਿਆ। ਜਿਸ ਕਿਸੇ ਨੂੰ ਮਿਲਿਆ ਗੁਰੂ ਦੀ ਰਾਹੀਂ। ਹਜ਼ੂਰ ਕਹਿੰਦੇ ਨੇ, ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ। ਉਹਨਾਂ ਫਿਰ ਗੁਰੂ ਰਾਹੀਂ ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਗੁਰੂ ਉਪਦੇਸ਼ ਨੂੰ ਹੀ ਆਪਣੇ ਜੀਵਨ ਦਾ ਆਸਰਾ ਆਧਾਰ ਬਣਾ ਕੇ ਉਹ ਇਸ ਸੰਸਾਰ ਸਾਗਰ ਤੋਂ ਸੁਖੈਨ ਤਰੇ। ਹੋਰ ਕੋਈ ਤਰੀਕਾ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨਹੀਂ ਹੈ। ਇਹ ਨੇ ਵਿਚਾਰਾਧੀਨ ਪੌੜੀ ਤੇ ਸ਼ਲੋਕ ਦੇ ਰਾਹੀਂ ਸਾਡੇ ਲਈ ਉਪਦੇਸ਼ ਕਿ ਗੁਰੂ ਸ਼ਬਦ ਨਾਲ ਜੁੜੀਏ। ਗੁਰੂ ਸ਼ਬਦ ਸਾਡੇ ਅੰਦਰ ਦੀ ਤਸਵੀਰ ਸਾਡੇ ਸਮਕਸ਼ ਰੱਖਣਗੇ ਵੀ ਅਸੀਂ ਕੀ ਕਰ ਰਹੇ ਹਾਂ। ਸਾਡੇ ਅਧਿਆਤਮਕ ਜੀਵਨ ਦਾ ਵਾਤਾਵਰਨ ਕੀ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਨੂੰ ਜਦੋਂ ਵਿਚਾਰਾਂਗੇ ਤੇ ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਸਾਡੇ ਅੰਦਰ ਦੀ ਭਟਕਣਾ, ਅੰਦਰ ਦਾ ਸੁਭਾਅ, ਅੰਦਰ ਦੇ ਪਏ ਹੋਏ ਖਲਾਰੇ ਦੇ ਮੁਤਲਕ ਸਾਨੂੰ ਜਾਣਕਾਰੀ ਦੇਣਗੇ ਵੀ ਅੰਦਰ ਇਕਾਗਰਤਾ ਨਹੀਂ ਹੈ। ਔਰ ਸਾਨੂੰ ਅਜੇ ਤੱਕ ਬਾਹਰ ਹੀ ਧਿਆਨ ਇਹਨਾਂ ਮਨੁੱਖ ਨੇ ਆਪਣਾ ਟਿਕਾ ਲਿਆ ਹੈ ਕਿ ਇਹਨੂੰ ਅੰਦਰ ਵਾਲੇ ਆਪਣੇ ਖਲਾਰੇ ਦਾ ਚਿੱਤ ਚੇਤਾ ਹੀ ਭੁੱਲ ਗਿਆ ਵੀ ਅੰਦਰ ਵੀ ਕੋਈ ਦੁਨੀਆ ਹੈ। ਇਹਨੂੰ ਬਾਹਰ ਦੀ ਦੁਨੀਆ ਨੇ ਇੰਨਾ ਪ੍ਰਭਾਵਿਤ ਕੀਤਾ ਹੈ, ਇਹਨੂੰ ਆਪਣੇ ਅੰਦਰ ਦੀ ਦੁਨੀਆਦਾਰੀ ਹੀ ਭੁੱਲ ਗਈ ਹੈ। ਤੋ ਹਜ਼ੂਰ ਸਾਨੂੰ ਅੰਦਰ ਦੀ ਦੁਨੀਆਦਾਰੀ ਦੇ ਮੁਤਲਕ ਸਮਝਾਉਂਦੇ ਨੇ ਵੀ ਤੂੰ ਆਪਣੇ ਅੰਦਰ ਦੇ ਸੁਭਾਅ ਨੂੰ, ਆਪਣੀ ਖਿੰਡੀ ਹੋਈ ਸੁਰਤ ਨੂੰ ਪੰਛੀ ਦੀ ਤਰ੍ਹਾਂ ਉਡਾਰੀਆਂ ਮਾਰਦੇ ਹੋਏ ਆਪਣੇ ਮਨ ਨੂੰ
कदी गुरु शब्द दे राही देखिया कर भी ये किन्ना चंचल है। और श्री गुरु ग्रंथ साहिब महाराज दी अमृत गुरबाणी विच गुरबाणी दे रचनहारियां ने ना इसे साडे अंदर दी तस्वीर नूं, अंदर दी चंचलताई नूं, अंदर दी भज नठ नूं, अंदर दे खिंडे हुए वातावरण नूं श्री गुरु ग्रंथ साहिब महाराज दी गुरबाणी विच रूपमान कीता है। अज हजूर कहंदे ने ये मन मोती है जिन्हां ने गुरु शब्द दी विचार दे द्वारा इस मन रूपी मोती गहने मन नूं पहचाने है। हजूर बाणी विच जिक्र करते ने भी जदों असी पहचानिया ही नहीं, गुरु दी मत धारनी नहीं कीती ते एदी तस्वीर श्री गुरु ग्रंथ साहिब महाराज दी अमृत गुरबाणी साडे समक्ष रखदी है। हजूर कहंदे ने कबीर मन पंखी भया। ये मन जिहड़ा है साडी सुरत सुभाअ ये पंछी बन गया है। और जे देखा जाए हो सकता है पंछी विचारा रात अपने आलने विच बह के कम सो कम जिहड़े कोई 2 ਜਾਂ 4 पैर ने ना, रात पै गई है, कम सो कम वो भी अपने आलने विच टिक के आराम करदा होवे भी चलो दिन चढ़ेगा फिर किते ना किते उडारी मारांगे, पेट भरन वास्ते कुछ ना कुछ चोगे दा प्रबंध करांगे। पर हजूर ने इस मन की जिहड़ी तस्वीर सानू दिखाई है, सतगुरु कहंदे पंछी तो किते ना किते टिक सकदा है पर ये नहीं टिकदा। ये अपनी नठ भज दौड़ इन्नी तेज दौड़दा है, इन्नी तेज इहदी दौड़ है भी ये पंछियां नूं भी मात पा दिंदा है। पंछी ने इत्थों उड़ के किते 2-4 मील जाना होवे ते उहनूं कोई 5-7 मिनट दा वक्त लगेगा नहीं। ये पंछी नालों भी तेज है और बड़ा भटकदा है। और इहदी भटकना नूं श्री गुरु ग्रंथ साहिब महाराज दी गुरबाणी ने साडे समक्ष रूपमान कीता है। कबीर मन पंखी भया उड उड दां दिश जाए। 10 दिशावां, 10 दिशावां पूर्व पश्चिम उत्तर ते दखण, ये 4 दिशावां दे 4 कोने 8, एक आसमान ते एक जिमी पताल। ये 10 दिशावां विच गुरु ग्रंथ साहिब महाराज कहंदे ने इहदा सुभाअ है और ये 10 दिशावां विच बड़ियां उड़ारियां मारदा है। और गुरबाणी सानू ये सोझी बख्शदी भी जे इहदी उडारी नूं थोड़ा बहुता घट कीता जाए, हौली हौली इहदी उड्डण वाली आदत नूं रोकिया जाए, थम्मिया जाए ते तेरे पल्ले कुछ ना कुछ पैगा। पर साडा सारियां दा जवाब होएगा भी महाराज ये काबू नहीं आउंदा। और गुरबाणी ने जिक्र किया भी सच्ची मुच्ची इनू केवल गुरु दा ज्ञान ही है जेड़ा नथ सकदा है, वरना श्री गुरु ग्रंथ साहिब महाराज दी गुरबाणी मरकट मुष्टि अनाज की मन बौरा रे। ये मन इन्ना ज़्यादा भटकना विच भ्रमण विच पिया है भी इस झल्ले सबौरे मन दा किते चैन किते इतबार टिकाए नूं है ही नहीं। तो हजूर कहंदे कबीर मन पंखी भया उड उड दाह दिश जाए। जदों ये 10 दिशावां विच तोरा फेरा जारी रखदा है
शरीर बेचारा किते बैठा है, शरीर धर्म मंदिर च है, ते इहने ज्यों उडारी मारी है, विदेश च कोई रिश्तेदार रहिंदा है उहदे कोल बैठा आ जाके, शरीर नूं धर्म मंदिर छड्ड गया है, ते मन पंछी ने ज्यों उडारी मारी है, बिना वीजे तो, बिना रुपया तेला खर्चे तो, शरीर मंदिर च बैठा होया है, धर्मशाला विच है, ये विदेशों विच रिश्तेदारां कोल जाके सैर सपाटे कर रहा है। सतगुरु कहंदे इन्ना तेज तरार है, इन्ना चंचल है बई ये धर्म मंदिर विच शरीर नूं लिया के आप विचों उडारी मार जांदा है। शरीर दे माध्यम राही असल विच समूचा ज्ञान पहुँचाउणा, अंदर दी सुरती, अंदर दे खिंडे होए वातावरण मन तक सी भी तू सुन। और सच ये है भी अज तक धर्म मंदिरां विच, मस्जिदां विच, जिन्ना भी आपां चर्च जां गिरजा घर तुसीं तकदे हो, ये धर्म दी बात मन तो इहदी शुरुआत हुंदी है। और जदों मन करके असी गए हाज़र हाँ, तो साडा कीता होया पठन पाठन सारा वो थाएं क्यों नहीं पैंदा? क्यों? जिहदे वास्ते करना है वो सुननों ही तैयार कोई नहीं है। आ थोड़ा समा होया है तुसी गुरु नानक साहब सच्चे पातशाह दा प्रकाश पुरब दिहाड़ा मना के हटे आ। अज दे विषय नाल मुतलक वो विचार तुसी विचारवाना पासों श्रवण कीती है। सुल्तानपुर साहब दी धरती है ते गुरु नानक साहब सच्चे पातशाह वेई विचों बाहर आए ने ते एक अकाल पुरख वाले पासे सुरत ध्यान बना के एक बचन किया सी भी ना कोई हिंदू ना मुसलमान, अल्लाह राम के पिंड प्राण। बड़ी चर्चा सुल्तानपुर साहब की धरती ते हुई भी बाबे ने, गुरु नानक साहब ने ये कहंदे ना कोई हिंदू है ना कोई मुसलमान है। सुल्तानपुर साहब दा नवाब भी ते उत्थों दे काजियां तक लोकां गल पहुँचाई भी बाबा ने तां कह दिता भी ना कोई हिंदू ना मुसलमान। ते नवाब ते काजी फिर गुरु नानक साहब पातशाह तक पहुँच बनाउंदे जे तुहाडे नज़रिए विच ना कोई मुसलमान है ना कोई हिंदू है, आओ फिर साडे नाल तुसी मसीत विच नमाज गुजारोगे। गुरु पातशाह कहन लगे हाँ चलो। लो जी दोपहर दा वक्त होया ते ये गल ढंडोरा पिट के लोकां विच सुल्तानपुर दे वसनीकां विच प्रचारी गई भी अज गुरु नानक साहब सुल्तानपुर दी मसीत विच नमाज गुजारनगे। अगे लोग थोड़े हुंदे सी नमाज गुजारन वाले, हुण मेरे अरगे तमाशा वेखण वाले होर आ गए भी चलो वेखिए की बनदा है। बड़ी भीड़ ते हुण अगे खलोता है काजी, पिछे सुल्तानपुर दा नवाब, लैना लगियां होईयां। तुसी देखदे हो ना भी किवें उन्हां दा जिहड़ा शरीर दा बॉडी एक्शन है, बराबर झुकना, बराबर खड़े होना, बराबर ही गोडियां ते हथ रखना, बराबर ही इउं हथ खुदा वाले पासे पसार के दुआ करनी, इक्को जी रफ्तार विच बड़ी एकाग्रता, इक्को जिहा झुकना, इक्को जे खड़ोना, बड़ा सोहना लग रहा सी। हुण अगे अगे काजी निवाज